ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸਹਿ ਗੁਰ ਅਮਰਦਾਸ ਪਰਸੀਐ ਸਿਧ ਸਾਧਕ ਆਸਾਸਹਿ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁਕਹਿ ਇਕ ਬਿਨ ਦੋ ਗੁਣ ਜਾਉ ਤਉ ਰਹੈ ਜਾ ਸਮੰਤਰ ਮਨ ਵਹਿ ਲਹੈ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੇ ਮਿਲਹਿ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੇ ਮਿਲਹਿ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ੍ਹ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਅੰਮ੍ਰਿ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਹਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਤੋਵੈ ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ
ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਮਹੱਲਾ ਨਾਵਾਂ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਰਹਾਉ ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨੋ, ਇਹੋ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਬਾਹਰ ਭੀਤਰ ਏਕੋ ਜਾਨੋ, ਇਹੋ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜਾਗਦੀ ਜੋਤ 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ, ਪਤਿਤ ਪਾਵਨ ਕਿਰਪਾ ਦੇ ਸਾਗਰ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਸਤਸੰਗਤ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਉਚਾਰਨ ਕੀਤੀ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਰਾਗ ਸੋਰਠ ਵਿੱਚ 12 ਸ਼ਬਦਾਂ ਦੀ ਸੰਪੂਰਨਤਾ ਹੋਈ। ਹੁਣ ਰਾਗ ਧਨਾਸਰੀ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਉਪਦੇਸ਼ ਦੀ ਆਰੰਭਤਾ ਹੋ ਰਹੀ ਹੈ। ਅੱਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੀਨ ਦਿਆਲ ਸਤਿਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਮਹਾਰਾਜ ਜੀ ਨੇ ਸਮਾਤ ਲੋਕ ਦੇ ਅੰਦਰ ਸਤਿਗੁਰਾਂ ਜੀ ਨੇ ਅਵਤਾਰ ਧਾਰਨ ਕੀਤਾ। ਭੱਟ ਸੱਚੇ ਪਾਤਸ਼ਾਹ ਜੀ ਦਾ ਜਸ ਕਰਦਿਆਂ ਹੋਇਆਂ ਫਰਮਾਉਂਦੇ ਹਨ ਕਿ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸਹਿ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪਵਿੱਤਰ ਵਡਿਆਈ ਜਾਲਪ ਭੱਟ ਜੀ ਕਹਿੰਦੇ ਨੇ, ਇਸ਼ਾਰਾ ਕਰਦੇ ਨੇ ਗੋਇੰਦਵਾਲ ਦੀ ਧਰਤੀ ਦਾ। ਜੋ ਗੋਂਦਾ ਖੱਤਰੀ ਸੀਗਾ, ਇਹਨੇ ਝੂਠਾ ਨਿਯਮ ਕਰਨੇ ਕਰਕੇ ਇਹ ਧਰਤੀ ਤਾਂ ਪ੍ਰਾਪਤ ਕਰ ਲਈ ਸੀ, ਪਰ ਇੱਥੇ ਪ੍ਰੇਤਾਂ ਦਾ ਵਾਸਾ ਸੀਗਾ, ਇਹਦਾ ਨਗਰ ਨਹੀਂ ਸੀ ਵਸਦਾ। ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਤਾਂ ਉਸ ਵਕਤ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਾਲੇ ਆਪਣੇ ਪੁੱਤਰਾਂ ਨੂੰ ਪਰਖਿਆ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ 'ਤੇ ਬਖਸ਼ਿਸ਼ ਕੀਤੀ ਤਾਂ ਭਾਈ ਦਾਤੂ ਜੀ ਅਤੇ ਭਾਈ ਦਾਸੂ ਜੀ ਨੇ ਜਾਣੂ ਇਨਕਾਰ ਕੀਤਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਆਗਿਆ ਮੰਨ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਚੱਲੇ ਤਾਂ ਸਤਿਗੁਰੂ ਜੀ ਨੇ ਆਪਣੇ ਹੱਥੋਂ ਇੱਕ ਸੋਟੀ ਦਿੱਤੀ ਸੀ। ਮਹਾਰਾਜ ਨੇ ਕਿਹਾ ਜਿੱਥੇ ਜਿੱਥੇ ਫੇਰ ਦੋਗੇ
ਸਭ ਪ੍ਰੇਤ ਭੱਜ ਜਾਣਗੇ, ਉਹਨਾਂ ਨੂੰ ਅੱਗ ਲੱਗੇਗੀ ਇਸ ਸੋਟੀ ਦੇ ਨਾਲ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਗੋਇੰਦਵਾਲ ਸਾਹਿਬ ਸੱਚੇ ਪਾਤਸ਼ਾਹ ਨੇ ਨਗਰ ਵਸਾਇਆ। ਇਹ ਜਲਪ ਭੱਟ ਜੀ ਉਧਰ ਇਸ਼ਾਰਾ ਕਰਦੇ ਹੋਏ ਕਹਿੰਦੇ, ਗੁਰੂ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸਹਿ। ਪੋਹਮ ਧਰਤੀ ਨੂੰ ਕਹਿੰਦੇ ਹੈ। ਜਲਪ ਭੱਟ ਜੀ ਕਹਿੰਦੇ ਆ ਮਹਾਰਾਜ ਆਪ ਜੀ ਨੂੰ ਗੋਇੰਦੇ ਖੱਤਰੀ ਦੀ ਉਸ ਧਰਤੀ ਨੇ ਪਰਸਿਆ ਨਾ, ਤਾਂ ਉਸ ਧਰਤੀ ਦੇ ਜਿਹੜੇ ਪਾਤਕ ਪਾਪ ਸਨ ਉਹ ਸਾਰੇ ਤੁਸੀਂ ਨਾਸ਼ ਕਰ ਦਿੱਤੇ। ਧਰਤੀ ਦੇ ਪਾਪਾਂ ਨੂੰ ਵੀ ਆਪ ਨਾਸ਼ ਕਰਨ ਵਾਲੇ ਹੋ, ਜਿਸ ਧਰਤੀ ਨੇ ਸੱਚੇ ਪਾਤਸ਼ਾਹ ਹੇ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਦੇ ਚਰਨਾਂ ਨੂੰ ਪਰਸਿਆ ਹੈ। ਜਿਹੜੀ ਸਾਡੇ ਅੰਦਰ ਬੁੱਧੀ ਹੈ ਧਰਤੀ ਦੀ ਨਿਆਈ ਹੈ। ਮਹਾਰਾਜ ਜਿਸ ਬੁੱਧੀ ਨੇ ਆਪ ਜੀ ਦੇ ਨਾਮ ਨੂੰ ਪਰਸਿਆ ਹੈ ਸੱਚੇ ਪਾਤਸ਼ਾਹ ਜੀ, ਉਸ ਬੁੱਧੀ ਰੂਪੀ ਧਰਤੀ ਦੇ ਅੰਦਰੋਂ ਜਿੰਨੇ ਪਾਤਕ ਪਾਪ ਹਨ ਉਹ ਸਾਰੇ ਨਾਸ਼ ਹੋ ਗਏ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ। ਕਹਿੰਦੇ ਨੇ ਐਸੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਪਰਸਣਾ ਕਰੀਏ ਜਿਨ੍ਹਾਂ ਦੇ ਦਰਸ਼ਨਾਂ ਨੂੰ ਸਿੱਧ ਜਿਹੜੇ 84 ਹਨ ਸਾਧਕ ਸਾਧਨਾ ਕਰਨ ਵਾਲੇ ਆਸਾਸੈ ਚਾਹੁੰਦੇ ਹਨ, ਤਰਸਦੇ ਹਨ ਦੇਵੀ ਦੇਵਤੇ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਦੇ ਦਰਸ਼ਨਾਂ ਵਾਸਤੇ। ਤੇ ਐਸੇ ਸਤਿਗੁਰਾਂ ਜੀ ਦੇ ਜਲਪ ਭੱਟ ਜੀ ਕਹਿੰਦੇ ਭਾਈ ਦਰਸ਼ਨ ਕਰੀਏ। ਗੁਰੂ ਅਮਰਦਾਸ ਪਰਸੀਐ ਅਭਾਉ ਲੱਭੈ ਗਉ ਚੁੱਕੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਪਰਸੀਏ, ਜਿਹੜਾ ਨਿਰਭਉ ਵਾਹਿਗੁਰੂ ਹੈ ਉਹ ਲੱਭ ਪੈਂਦਾ ਹੈ। ਆਵਾ ਗਾਉਣ ਦਾ ਚੱਕਰ ਮੁੱਕ ਜਾਂਦਾ ਏ। ਸੱਚੇ ਪਾਤਸ਼ਾਹ ਨੇ ਤਾਂ ਐਡੇ ਸੋਮੇ ਲਾਤ ਤੇ ਬੌਲੀ ਸਾਹਿਬ ਆਖਿਆ, ਜਿਹੜਾ ਇਹਦੇ ਵਿੱਚ ਇਸ਼ਨਾਨ ਕਰ ਜਪਜੀ ਸਾਹਿਬ ਦੇ ਪਾਠ ਕਰਕੇ ਇਸ਼ਨਾਨ ਕਰੇਗਾ ਉਦੋਂ 84 ਲੱਖ ਦਾ ਗੇੜਾ ਮੁੱਕ ਜਾਵੇਗਾ। ਐਡੇ ਮਹਾਰਾਜ ਜੀ ਨੇ ਸੋਮੇ ਲਾਤੇ, ਗਾਉਣ ਹੀ ਚੱਕ ਦਿੱਤੇ ਸੱਚੇ ਪਾਤਸ਼ਾਹ ਜੀ ਨੇ। ਗੁਰੂ ਅਮਰਦਾਸ ਪਰਸੀਐ ਅਭਾਉ ਲੱਭੈ ਗਉ ਚੁੱਕੈ। ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਜਿਨ੍ਹਾਂ ਨੇ ਵੇਖੇ ਹੈ, ਮਹਾਰਾਜ ਜੀ ਦੇ ਦਰਸ਼ਨ ਪਰਸਣ ਨਾਲ ਹੀ ਵਾਹਿਗੁਰੂ ਜੀ ਦਾ ਅਭਾਉ ਸਰੂਪ ਲੱਭਦਾ ਹੈ, ਨਿਰਭਉ ਸਰੂਪ ਦਾ ਸਪਰਸ਼ ਪ੍ਰਾਪਤ ਹੁੰਦਾ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰਸ਼ਨਾਂ ਨਾਲ, ਮਹਾਰਾਜ ਦੀ ਸਿੱਖਿਆ ਕਮਾਉਣ ਨਾਲ ਆਵਾ ਗਾਉਣ ਦਾ ਚੱਕਰ ਮੁੱਕ ਜਾਂਦਾ ਹੈ। ਗੁਰੂ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸਹਿ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸਹਿ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ। ਵਾਹਿਗੁਰੂ ਦਾ ਧਿਆਨ ਪ੍ਰਾਪਤ ਹੁੰਦਾ ਹੈ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਕੇ। ਸਾਰਾ ਹੀ ਪਉ ਜਿਹੜਾ ਨਾ, ਜਿਸ ਪਰਮਾਰਥ ਦੇ ਰਾਹ ਤੇ ਜਗਿਆਸੂਆਂ ਨੂੰ ਚੱਲਣਾ ਬੜਾ ਦੁਸਤਰ ਹੈ, ਫਿਰ ਬੜੀਆਂ ਕਠਿਨਾਈਆਂ ਆਉਂਦੀਆਂ ਨੇ, ਇਹ ਸਾਰਾ ਹੀ ਪਉ ਮੁੱਕ ਜਾਂਦਾ ਹੈ, ਸਾਰਾ ਹੀ ਰਾਹ ਮੁੱਕ ਜਾਂਦਾ ਹੈ। ਮਹਾਰਾਜ ਭਾਈ ਪਾਰੋ ਜੀ ਵਰਗਿਆਂ ਨੂੰ ਸਾਖਿਆਤ ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ, ਐਸੀ ਕਿਰਪਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਕਰਦੇ ਆ। ਫਿਰ ਜਿੱਥੇ ਮਹਾਰਾਜ ਜੀ ਨੇ ਆਵਾ ਗਾਉਣ ਦਾ ਚੱਕਰ 84 ਦਾ ਚੱਕਰ ਨਾਸ਼ ਕਰਨ ਲਈ ਮਹਾਰਾਜ ਬੌਲੀ ਸਾਹਿਬ ਰਚੀ, ਉੱਥੇ ਸਤਿਗੁਰੂ ਜੀ ਦਾ ਪਵਿੱਤਰ ਅਸਥਾਨ ਹੈ ਗੁਰਦੁਆਰਾ ਸੰਨ ਸਾਹਿਬ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵਰ ਦਿੱਤਾ ਸੀ ਬਾਬਾ ਬੁੱਢਾ ਸਾਹਿਬ ਜੀ ਦੇ ਆਉਣ ਤੋਂ ਕਿ ਜਿਹੜਾ ਇਸ ਸੰਨ ਦੇ ਵਿੱਚ ਦੀ ਇੱਕ ਵਾਰੀ ਲੱਖ ਜਾਵੇਗਾ ਉਹ 84 ਦੇ ਗੇੜ ਵਿੱਚ ਨਹੀਂ ਆਵੇਗਾ। ਐਡੇ ਪ੍ਰਸਾਦ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤੇ ਨੇ। ਇਸੇ ਕਰਕੇ ਕਿਹਾ ਨਾ ਭੱਟਾਂ ਨੇ ਕਿ ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀਹ ਕਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ। हे ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਇੱਕ ਜੀਬਾਂ ਨਾਲ ਆਪ ਜੀ ਦੀ ਵਡਿਆਈ ਕਥਨ ਨਹੀਂ ਕੀਤੀ ਜਾ ਸਕਦੀ। ਮਹਾਰਾਜ ਆਪ ਦੀ ਉਪਮਾ ਬਿਆਨ ਨਹੀਂ ਕੀਤੀ ਜਾ ਸਕਦੀ। ਇਉਂ ਹਵਾਲੇ ਦੇ ਕੇ ਪ੍ਰਮਾਣ ਦੇ ਕਰਕੇ ਭੱਟਾਂ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪਵਿੱਤਰ ਵਡਿਆਈ ਕੀਤੀ ਹੈ।
ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਿਰਧਾਜੂ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ ਸੇਵਾ ਵਿੱਚ ਆਏ ਤੇ ਸੱਚੇ ਪਾਤਸ਼ਾਹ ਜੀ ਨੇ ਇਹੋ ਜੀ ਪਿਆਰ ਨਾਲ ਨਿਸ਼ਠਾ ਨਾਲ ਗੁਰੂਦੇਵ ਦੀ ਸੇਵਾ ਕੀਤੀ ਕਿ ਆਪਣਾ ਤਨ ਮਨ ਧਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਅਰਪਣ ਕਰ ਦਿੱਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸੇਵਾ ਵਿੱਚ ਹੀ ਸਦਾ ਤਤਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਰਹੇ। 12 ਸਾਲ ਐਸੀ ਕਠਿਨ ਘਾਲਣਾ ਘਾਲੀ ਕਿ ਜਿਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਤ ਹਨੇਰੀ ਸੀ ਤੇ ਸਰਦੀਆਂ ਦੀ ਰੁੱਤ ਵੈ ਸਤਿਗੁਰੂ ਜੀ ਆਉਂਦਿਆਂ ਹੋਇਆਂ ਜਦੋਂ ਵਾਪਸ ਪਰਤ ਰਹੇ ਸੀ ਗੋਇੰਦਵਾਲ ਸਾਹਿਬ ਤੋਂ ਭਾਵ ਜਦੋਂ ਬਿਆਸਾ ਤੋਂ ਜਲ ਭਰ ਕੇ ਸੱਚੇ ਪਾਤਸ਼ਾਹ ਖਡੂਰ ਸਾਹਿਬ ਨੂੰ ਪਰਤ ਰਹੇ ਸੀ। ਬਹੁਤ ਹਨੇਰੀ ਰਾਤ ਸੀ, ਮੀਂਹ ਹਨੇਰੀ ਸੀ, ਬੱਦਲ ਸੀਗਾ। ਸੱਚੇ ਪਾਤਸ਼ਾਹ ਜੀ ਉਹ ਜਲਾਹੇ ਦੀ ਕੁੰਭਲ ਵਿੱਚ ਮਹਾਰਾਜ ਡਿੱਗ ਪਏ ਸੀ ਤੇ ਠੇਡਾ ਖਾ ਕੇ ਆਵਾਜ਼ ਆਉਣ ਤੋਂ ਜੁਲਾਹੇ ਨੇ ਪੁੱਛਿਆ ਕੌਣ ਹੈ ਤੇ ਗੁਰੂ ਮਹਾਰਾਜ ਨੇ ਕਿਹਾ ਭਾਈ ਅਸੀਂ ਗੁਰੂ ਅੰਗਦ ਸਾਹਿਬ ਦੇ ਸਿੱਖ ਹਾਂ। ਤੇ ਕਹਿੰਦੇ ਆ ਕੌਣ ਸਿੱਖ ਹੈ ਤੇ ਜੁਲਾਹੀ ਨੇ ਮਹਾਰਾਜ ਜੀ ਦਾ ਅੱਧਾ ਨਾਮ ਲੈ ਕੇ ਕਿਹਾ ਉਹ ਹੋਣਾ ਨਥਾਵਾਂ ਜਿਹਨੂੰ ਕਿਤੇ ਥਾਂ ਨਹੀਂ। ਸਿੱਖਾਂ ਦੇ ਵੀ ਅੱਗੇ ਹੱਥ ਜੋੜ ਜੋੜ ਪਾਣੀ ਭਰੀ ਜਾਂਦੇ ਤੇ ਇੱਕ ਲੰਗਰ ਛਕਣ ਨੂੰ ਹੀ ਗੁਰੂ ਘਰ ਵਿੱਚ ਰਹਿੰਦੇ ਆ। ਬੜੇ ਇਹੋ ਜਿਹੇ ਬੋਲ ਕਹਿ ਦਿੱਤੇ। ਮਹਾਰਾਜ ਜੀ ਨੂੰ ਜਦੋਂ ਨਥਾਵਾਂ ਕਿਹਾ ਤਾਂ ਸਤਿਗੁਰੂ ਜੀ ਨੇ ਕਿਹਾ ਕਿ ਕਮਲੀਏ ਅਸੀਂ ਨਥਾਵਿਆਂ ਦੇ ਥਾਮ ਗੁਰੂ ਅੰਗਦ ਸਾਹਿਬ ਦੇ ਸਿੱਖ ਹਾਂ, ਨਥਾਵੇਂ ਨਹੀਂ ਹਾਂ, ਥਾਂ ਵਾਲੇ ਹਾਂ। ਸਤਿਗੁਰੂ ਜੀ ਦੇ ਬਚਨ ਕਹਿਣ ਤੋਂ ਉਹਨੂੰ ਕਮਲ ਹੋ ਗਿਆ ਸੀ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਆਪ ਜੀ ਨੇ ਆ ਕੇ ਇਸ਼ਨਾਨ ਕਰਵਾਇਆ। ਸਤਿਗੁਰੂ ਜੀ ਨੂੰ ਪਤਾ ਲੱਗਾ, ਜਦੋਂ ਮਹਾਰਾਜ ਜੀ ਨੂੰ ਪਤਾ ਲੱਗਾ ਤੇ ਸਤਿਗੁਰੂ ਜੀ ਨੇ ਕੋਲ ਬੁਲਾਇਆ ਗੁਰੂ ਅਮਰਦਾਸ ਸਾਹਿਬ ਜੀ ਨੂੰ। ਆਖਿਆ ਭਾਈ ਰਾਤ ਕੀ ਗੱਲ ਹੋਈ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਆਪ ਅੰਤਰਜਾਮੀ ਹੋ ਗਰੀਬ ਨਵਾਜ, ਅਸੀਂ ਆਪਣੇ ਮੁਖ ਤੋਂ ਕੀ ਕਹੀਏ, ਕਿਤੇ ਹੋਰ ਢੰਗ ਨਾਲ ਕੁਛ ਕਹਿ ਨਾ ਦਈਏ ਜਿਸ ਕਰਕੇ ਮਹਾਰਾਜ ਸਾਡੋਂ ਗਲਤੀ ਹੋ ਜਾਵੇ। ਆਪ ਅੰਤਰਜਾਮੀ ਹੋ, ਸਭ ਕੁਝ ਜਾਣਦੇ ਹੋ। ਸਤਿਗੁਰੂ ਜੀ ਆਪਣੇ ਸੇਵਕ ਦੀਆਂ ਹਲੀਮੀ ਨਿਮਰਤਾ ਵੇਖ ਕੇ ਮਹਾਰਾਜ ਜੀ ਨੇ ਤੇ ਸਮੇਂ ਆਖਿਆ ਭਾਈ ਜਾਓ ਉਸ ਜਲਾਹੇ ਨੂੰ ਬੁਲਾਓ। ਜਦੋਂ ਜਲਾਹਾ ਆਪਣੀ ਜਲਾਹੀ ਨੂੰ ਲੈ ਕੇ ਆਇਆ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਵੀ ਉੱਥੇ ਖੜੇ ਐ। ਜਦੋਂ ਜਲਾਹੀ ਨੇ ਗੁਰੂ ਅੰਗਦ ਸਾਹਿਬ ਦਾ ਦਰਸ਼ਨ ਕੀਤਾ ਤੇ ਉਹਦਾ ਕਮਲ ਹਟ ਗਿਆ। ਉਹ ਤਾਂ ਕੱਪੜੇ ਪਾੜੀ ਜਾਂਦੀ ਸੀ, ਨਿਆਣਿਆਂ ਨੂੰ ਪਾੜੀ ਜਾਂਦੀ ਸੀ ਤੇ ਕਮਲ ਹਟ ਗਿਆ। ਗੁਰੂ ਅੰਗਦ ਸਾਹਿਬ ਜੀ ਨੇ ਆਖਿਆ ਭਾਈ ਗੱਲ ਜੋ ਹੋਈ ਹੈ ਸੱਚ ਦੱਸ ਕੀ ਹੋਇਆ। ਉਸ ਨੇ ਫਿਰ ਡਰਦਿਆਂ ਹੋਇਆਂ ਆਖਿਆ ਕਿ ਮਹਾਰਾਜ ਰਾਤ ਦੇ ਵਕਤ ਇਹ ਠੇਡਾ ਖਾ ਕੇ ਡਿੱਗ ਪਏ ਸੀ ਆਪ ਦੇ ਸੇਵਾਦਾਰ। ਮਹਾਰਾਜ ਮੇਰੀ ਘਰਵਾਲੀ ਜਾਗਦੀ ਸੀ, ਮੈਂ ਤਾਂ ਪੁੱਛਿਆ ਕੌਣ ਹੈ, ਉਹਨਾਂ ਅੱਧਾ ਨਾਂ ਲੈ ਕੇ ਕਿਹਾ ਇਹ ਉਹ ਹੁਣ ਨਥਾਵਾਂ। ਤੇ ਮਹਾਰਾਜ ਆਪਦੇ ਸੇਵਕ 'ਚ ਇੰਨੀ ਸ਼ਕਤੀ ਹੈ ਕਿ ਆ ਵਾਕ ਉਸੇ ਵੇਲੇ ਪੂਰਾ ਹੋ ਗਿਆ। ਉਹਨਾਂ ਨੇ ਕਿਹਾ ਕਮਲੀ ਹੈ ਤੇ ਮਹਾਰਾਜ ਉਸੇ ਸਮੇਂ ਕਮਲ ਹੋ ਗਿਆ ਇਹਨੂੰ। ਮਹਾਰਾਜ ਅਸੀਂ ਤਾਂ ਡਰ ਗਏ ਹਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਪੁੱਛਿਆ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਿ ਕੀ ਇਹ ਠੀਕ ਕਹਿੰਦੇ ਆ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਾਂ ਮਹਾਰਾਜ ਜੋ ਕਮਲੀ ਕਹਿਣ ਦਾ ਬਚਨ ਹੈ ਤਾਂ ਮਹਾਰਾਜ ਠੀਕ ਸਾਡੇ ਮੁਖ ਤੋਂ ਨਿਕਲ ਗਿਆ। ਉਹ ਨਿਕਲਿਆ ਮਹਾਰਾਜ ਇਸ ਕਰਕੇ ਹੈ ਕਿ ਇਹਨਾਂ ਨੇ ਸਾਨੂੰ ਨਥਾਵਾਂ ਕਿਹਾ। ਮਹਾਰਾਜ ਜਦੋਂ ਨਥਾਵੇਂ ਤਾਂ ਉਹਨਾਂ ਚਿਰ ਆ ਨਾ ਜਿੰਨਾ ਚਿਰ ਸਰੂਪ ਰੂਪੀ ਥਾਂ ਨਹੀਂ ਪ੍ਰਾਪਤ ਹੋਈ। ਆਪ ਜੀ ਦੀ ਮਿਹਰ ਨਾਲ ਮਹਾਰਾਜ ਸਾਨੂੰ ਆਪ ਦੇ ਚਰਨਾਂ ਵਿੱਚ ਜਦੋਂ ਥਾਂ ਪ੍ਰਾਪਤ ਹੈ, ਸਾਡੇ ਮਹਾਰਾਜ ਥਾਂ ਤੁਸੀਂ ਹੋ, ਤਾਂ ਫਿਰ ਅਸੀਂ ਨਥਾਵੇਂ ਕਿਵੇਂ ਹੋਏ। ਮਹਾਰਾਜ ਜਿਉਂ ਸਾਨੂੰ ਰੋਹ ਆ ਗਿਆ ਆਪ ਦੀ ਸੇਵਾ ਨੂੰ। ਜਦੋਂ ਇਹਨਾਂ ਨੇ ਮਹਾਰਾਜ ਕਟਾਖ ਕੀਤਾ ਤਾਂ ਸਾਡੋਂ ਇਹ ਬਚਨ ਨਿਕਲ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਇਉਂ ਨਿਮਰਤਾ ਵੇਖ ਕੇ ਆਪ ਜੀ ਦੀ ਉਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਆਪ ਜੀ ਨੂੰ ਵਰ ਬਖਸ਼ਿਸ਼ ਕੀਤੇ ਤੇ ਹਜੂਰ ਨੇ ਆਪਣਾ ਗੁਰਿਆਈ ਤਖਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਤਾ ਦੇ ਤਖਤ ਤੇ ਮਹਾਰਾਜ ਜੀ ਨੇ ਬਿਰਾਜਮਾਨ ਹੋ ਕਰਕੇ ਬਹੁਤ ਭਾਰੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਪ੍ਰਚਾਰ ਕੀਤਾ। ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਮੰਨਿਆ ਜਾਂਦਾ।
सच्चे पातशाह जी महाराज दे ऐसा पवित्र अदुੱਤੀ दरबार के अकबर वर्गे बादशाह भी हथ जोड़ के सच्चे पातशाह दे दरबार दे अगे खलोंदे दर्शनां नूं तरसदे रहिंदे। सच्चे पातशाह जी महाराज दा बनाया होया ये हुक्म कि पहले जिहड़ी है पंगत फिर संगत, पछों जिहड़ी है संगत करो, पहलों पंगत विच बैठ करके प्रशादा जिहड़ा वो छकना पवेगा। ते अकबर बादशाह ने पंगत विच बैठ के प्रशाद पाया सी। गुरु अमरदास सच्चे पातशाह महाराज दे दर्शन कीते। धन सच्चे पातशाह महाराज फिर महाराज जी ने अकबर दे बेनती करन तो, क्योंकि इरखालूआं ने जिहड़े गुरु घर दा प्रताप वेख के नहीं सी जिन्हां कोलों जरिया जांदा, गोइंदवाल साहब दा इहो जिहा घाट सी जिथे वड्डा ਇਹ ਰਾਹ ਪੈਂਦਾ ਸੀਗਾ। ਦਿੱਲੀ ਨੂੰ ਜਾਣ ਵਾਲੀ ਮੁੱਖ ਸੜਕ ਇਹੀ ਹੁੰਦੀ ਸੀ ਪਹਿਲਾਂ। ਤੇ ਜਿਹੜਾ ਵੀ ਆਉਂਦਾ ਇੱਕ ਤਾਂ ਲੰਗਰ ਵਿੱਚੋਂ ਉਹਨੂੰ ਘਿਓ ਖੀਰਾਂ ਇਉਂ ਬੜੇ ਸਨਿਗਧ ਲੰਗਰ ਖਾਣ ਨੂੰ ਮਿਲਦੇ, ਤ੍ਰਿਪਤੀ ਹੁੰਦੀ, ਰਾਤ ਰੁਕਣ ਨੂੰ ਸਰਾਂ ਹੁੰਦੀ, ਗੁਰੂ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਹੁੰਦੇ, ਉਪਦੇਸ਼ ਪ੍ਰਾਪਤ ਹੁੰਦਾ। ਇਹੋ ਜਿਹਾ महाराज जी ने प्रवाह चलाया कि बड़े बड़े हिंदू जिहड़े सी ना वो अपने बेणी प्रसाद पंडित वर्गे गुरु साहब की सिੱਖੀ धारण कर गए। मुसलमानां दीयां भी फौज दीयां बड़ियां सारियां टुकड़ियां उधर दी लंघदियां ते गुरु घर तक कोई वितकरा नहीं, कोई मुसलमान कोई हिंदू कोई जिहड़ा मर्जी आवे। इउं प्रभावित हो के बहुत सारे मुसलमान भी महाराज जी दे सिख बन गए सच्चे पातशाह दे। ते फिर इरखालूआं ने अकबर बादशाह दे कोल जाके शिकायत की कि गुरु अमरदास साहब जी ने कोई वर्ण आश्रम नहीं रहन दिता, सारा कुछ ही उन्होंने खत्म कर दिता है। इक्को ही पंगत च बिठा के सब नूं लंगर छकाउंदे आ ते इक्को थां ही इशनान कराउंदे आ। असीं उच्च जाति दे ब्राह्मण होए, साडा तां ये सारा धर्म ही भ्रष्ट कर दिता है। फिर बड़े सारे मुसलमानां नूं भी वरगला करके वो अपने अनुयायी बना रहे है। बादशाह अकबर जिहड़ा सी उसने फिर लाहौर विच एकत्रता रखी ते इउं काबल दा भी जिक्र कुछ इतिहासकारां कीता। जदों ये एकत्रता उत्थे रखी सीगी तां गुरु रामदास सच्चे पातशाह जी महाराज नूं गुरु अमरदास साहब जी ने भेजिया सी ते सच्चे पातशाह जी ने ये सारे जिन्ने ब्राह्मण सी विद्वान आए गुरु घर दा आशा इन्हां नूं प्रगट करके ते समय निरुत्तर कीता। बादशाह अकबर बड़ा खुश होया ते उसने बेनती कीती कि गुरु महाराज दे चरनां च आप बेनती करो कि जे महाराज तीर्थां ते चरण पाउण ते जिहड़े ये इरखालू लोग है जो हिंदुस्तान दे वासियां दे अंदर जिहड़ा है वो बहुत ज़्यादा गलत प्रचार भर रहे है, लोकां दे शंके दूर होणगे ते जे सतगुरु जी मेरी बेनती प्रवान करनगे तां जिहड़ा तीर्थां ते लाया होया जेजिया टैक्स मैं चक देंगा। ये अकबर बादशाह ने जदों आखिया तो गुरु रामदास साहब जी ने आखिया बादशाह असीं बेनती करांगे, सतगुरु जी की मौज है, जे महाराज प्रवान करनगे तां। ते फिर गुरु रामदास साहब जी ने बेनती की सी अकबर वालों कली हुई ते गुरु अमरदास सच्चे पातशाह महाराज फिर तीर्थां ते महाराज जी ने चरण पाए। उदों अकबर ने कहता सी जिहड़ा गुरु महाराज का सिख है उन्होंने कोई टैक्स नहीं देना पवेगा। तो श्री गुरु ग्रंथ साहब की बाणी गवाही भरती है कि ये हिंदुस्तान की सारी प्रजा ही भज के गुरु अमरदास साहब के पिछे पै गई। तो उन्होंने कहा कि बादशाह सानू किमें पता लगे बई ये सिख है तो नहीं सिख है। बादशाह ने कहा कि बई जिहड़ा मूल मंत्र पूरा सुना दे उन्होंने ये समझ के छड़ दिओ भी ये सिख है। उदों सारा ही हिंदुस्तान मूल मंत्र कंठ करी फिरदा सी। गुरु अमरदास सच्चे पातशाह महाराज दा ये गुरु नानक साहब दे घर दा मंत्र
ਉਦੋਂ ਸਭ ਨੇ ਕੰਠ ਕਰ ਲਿਆ ਕਿ ਟੈਕਸ ਨਾ ਦੇਣਾ ਪਵੇ। ਜੇ ਕੋਈ ਟੈਕਸ ਵਾਲੇ ਗਰਾਉਣ ਵਾਲੇ ਪੁੱਛਣ ਬਈ ਤੂੰ ਕੌਣ ਹੈ, ਕਹਿੰਦੇ ਮੈਂ ਮਹਾਰਾਜ ਦਾ ਸਿੱਖ ਹਾਂ। ਇਉਂ ਸੱਚੇ ਪਾਤਸ਼ਾਹ ਨੇ ਉਹ ਜੇਜੀਆ ਟੈਕਸ ਚੁਕਾਤਾ ਸੀ ਅਕਬਰ ਨੂੰ ਕਹਿ ਕੇ, ਤੇ ਤੀਰਥਾਂ ਤੇ ਚਰਨ ਪਾ ਕੇ ਮਹਾਰਾਜ ਜੀ ਨੇ ਜੀਆਂ ਨੂੰ ਸੱਚ ਦਾ ਮਾਰਗ ਸਤਿਗੁਰਾਂ ਜੀ ਨੇ ਦਿਖਾਇਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਨੇ ਬਹੁਤ ਬੇਅੰਤ ਬਖਸ਼ਿਸ਼ਾਂ ਕੀਤੀਆਂ। ਅੱਜ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ, ਇਸ ਕਰਕੇ ਸੰਖੇਪ ਰੂਪ ਵਿੱਚ ਬੇਨਤੀ ਕੀਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਸੇਵਾ ਵੇਖ ਕਰਕੇ ਸੱਚੇ ਪਾਤਸ਼ਾਹ ਜੀ ਨੇ ਆਪਣਾ ਗੁਰਿਆਈ ਤਖਤ ਜਿਹੜਾ ਸੀ ਨਾ, ਇਹ ਭੱਟਾਂ ਨੇ ਕਿਹਾ ਸਭ ਵਿਦਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਮਹਾਰਾਜ ਜਦੋਂ ਸਭ ਵਿਧੀਆਂ ਕਰਕੇ ਆਪ ਦਾ ਮਨ ਮੰਨ ਗਿਆ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਜੀ ਦੇ ਕੀਤੀ ਪਰਖ ਵਿੱਚ ਪੂਰੇ ਉਤਰੇ, ਤਾਂ ਮਹਾਰਾਜ ਉਸ ਸਮੇਂ ਰਾਜ ਜੋਗ ਤਖਤ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਗੁਰਿਆਈ ਦਾ ਰਾਜ ਜੋਗ ਤਖਤ ਹੈ, ਦੀਨ ਗੁਰੂ ਰਾਮਦਾਸ, ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪ ਜੀ ਨੇ ਬਖਸ਼ਿਸ਼ ਕੀਤਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਦਾ ਸਾਰਾ ਜੀਵਨ ਬੜਾ ਵਿਸ਼ਾਲ ਹੈ। ਤੋ ਆਪਾਂ ਅੱਜ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੋਣ ਕਰਕੇ ਸੰਖੇਪ ਰੂਪ 'ਚ ਹੀ ਥੋੜਾ ਮਾਤਰ ਹੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਜਸ ਨੂੰ ਕਰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਦਾ ਸਪਰਸ਼ ਜਿਹੜਾ ਹੈ ਉਹ ਸਾਨੂੰ ਪ੍ਰਾਪਤ ਹੋਵੇ। ਮਹਾਰਾਜ ਜੀ ਰਹਿਮਤ ਕਰਨ। ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਭ ਸੰਗਤਾਂ ਨੂੰ ਸਵਾਸ ਸਵਾਸ ਵਧਾਈਆਂ ਹੋਣ। ਆਓ ਸਤਿਗੁਰੂ ਜੀ ਦੀ ਅੰਮ੍ਰਿਤ ਕਥਾ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬੀਜ ਮੰਤਰ ਉਚਾਰਨ ਕਰਦੇ ਆ। ਸ਼ਬਦ ਦੀ ਪ੍ਰਰੰਭਤਾ ਤੇ ਅਦਵੈਤ ਸਰੂਪ ਵਾਹਿਗੁਰੂ ਇੱਕ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਏ। ਧਨਾਸਰੀ ਮਹੱਲਾ ਨਾਵਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਗ ਧਨਾਸਰੀ ਦੇ ਅੰਦਰ ਮਹਾਰਾਜ ਜੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਾਹੇ ਰੇ ਬਨ ਖੋਜਨ ਜਾਈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਜੀ ਨੇ ਕਾਂਸ਼ੀ ਵਿੱਚ ਚਰਨ ਪਾਏ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਉੱਥੇ ਪਵਿੱਤਰ ਯਾਦਗਾਰਾਂ ਹਨ। ਗੰਗਾ ਦੇ ਕੰਢੇ ਤੇ ਸਤਿਗੁਰੂ ਜੀ ਦਾ ਪਵਿੱਤਰ ਸਥਾਨ ਬੜੀ ਸੰਗਤ ਦੇ ਨਾਮ ਨਾਲ ਪ੍ਰਸਿੱਧ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇੱਥੇ ਚੋਲਾ ਹੈ। ਮਹਾਰਾਜ ਜੀ ਦੇ ਚਰਨਾਂ ਵਾਲਾ ਜੋੜਾ ਵੀ ਹੈ, ਇੱਕ ਖੂਹੀ ਵੀ ਹੈ, ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਮਾਤਾ ਨਾਨਕੀ ਜੀ ਦਾ ਜਿਹੜਾ ਸੰਕਲਪ ਸੀ ਗੰਗਾ ਦੇ ਇਸ਼ਨਾਨ ਕਰਨ ਦਾ, ਉਸ ਖੂਹੀ ਵਿੱਚੋਂ ਗੰਗਾ ਦਾ ਜਲ ਪ੍ਰਗਟ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗਰੀਬ ਨਵਾਜ ਜੀ ਦਾ ਵੀ ਉੱਥੇ ਬਾਲਕ ਅਵਸਥਾ ਦਾ ਚਰਨਾਂ ਵਾਲਾ ਜੋੜਾ ਹੈ। ਕਿਉਂਕਿ ਮਹਾਰਾਜ ਜਦੋਂ ਪਟਨਾ ਸਾਹਿਬ ਤੋਂ ਸਤਿਗੁਰੂ ਜੀ ਆਏ ਸੀ ਪੰਜਾਬ ਨੂੰ, ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਚਾਲਾ ਮਾਰਿਆ ਸੀ ਮਦਰ ਦੇਸ਼, ਤੇ ਸਤਿਗੁਰੂ ਜੀ ਨੇ ਜਦੋਂ ਇੱਥੇ ਰੁਕੇ ਸੀ ਤਾਂ ਉਸ ਸਮੇਂ ਸੰਗਤ ਦੇ ਬੇਨਤੀ ਕਰਨ ਤੋਂ ਮਹਾਰਾਜ ਜੀ ਨੇ ਆਪਣਾ ਜੋੜਾ ਜਿਹੜਾ ਸੀ ਇੱਥੇ ਬਖਸ਼ਿਸ਼ ਕੀਤਾ ਸੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ 7 ਮਹੀਨੇ ਤੇ 13 ਦਿਨ ਸਤਿਗੁਰੂ ਜੀ ਇੱਥੇ ਰਹੇ ਹੈ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਗਰੀਬ ਨਵਾਜ ਜੀ ਇੱਛਾ ਅਨੁਸਾਰ ਬਹੁਤ ਸਮਾਂ ਮਹਾਰਾਜ ਜੀ ਇਕਾਂਤ ਹੀ ਰਹਿੰਦੇ। ਸੱਚੇ ਪਾਤਸ਼ਾਹ ਆਪਣੇ ਨਿਜ ਸਰੂਪ ਵਿੱਚ ਮਹਾਰਾਜ ਜੀ ਧਿਆਨ ਟਿਕਾ ਇਕਾਗਰ ਰਹਿੰਦੇ ਗਰੀਬ ਨਵਾਜ। ਤੇ ਜਦੋਂ ਸਤਿਗੁਰੂ ਜੀ ਦੀਵਾਨ ਸਜਾਉਂਦੇ, ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਕਾਂਸ਼ੀ ਦੇ ਲੋਕ, ਕਾਂਸ਼ੀ ਦੀਆਂ ਸਿੱਖ ਸੰਗਤਾਂ ਬੜੇ ਉਮਾਹ ਨਾਲ ਇਕੱਠੀਆਂ ਹੁੰਦੀਆਂ।
ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਨਾਲ ਸਾਧੂ ਹੈ, ਮਹਾਤਮਾ ਹਨ, ਜਗਿਆਸੂ ਹਨ, ਇਹਨਾਂ ਨੇ ਸਤਿਗੁਰੂ ਜੀ ਦੇ ਕੋਲ ਚਰਨਾਂ ਵਿੱਚ ਬੇਨਤੀ ਕੀਤੀ ਹੈ, ਮਹਾਰਾਜ ਜੋ ਇਕਾਂਤ ਮਨ ਲੱਭਦਾ ਹੈ ਤੇ ਜੰਗਲ ਆਦਿਕ ਜਿਹੜੇ ਹੈ ਮੰਨਿਆ ਜਾਂਦਾ ਹੈ ਕਿ ਇਕਾਂਤ ਲਈ ਬੜੇ ਸਹਾਈ ਹੁੰਦੇ ਹੈ ਸੱਚੇ ਪਾਤਸ਼ਾਹ। ਤੇ ਬਾਨਪ੍ਰਸਤ ਜਿਹੜਾ ਹੈ ਉਹ ਇੱਕ ਆਸ਼ਰਮੀ ਜਿਹੜਾ ਮੰਨਿਆ ਜਾਂਦਾ ਹੈ। ਤੇ ਮਹਾਰਾਜ ਆਪ ਕਿਰਪਾ ਕਰਕੇ ਦੱਸੋ ਕਿ ਜੰਗਲਾਂ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਦੱਸੋ। ਤਾਂ ਸਤਿਗੁਰੂ ਜੀ ਬੇਨਤੀ ਸਰਵਣ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਹਜੂਰ ਆਪਣੇ ਸ਼੍ਰੀ ਕੰਠ ਤੋਂ ਅੰਮ੍ਰਿਤ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਾਹੇ ਰੇ ਬਨ ਖੋਜਨ ਜਾਈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਾਹੇ ਰੇ ਬਨ ਖੋਜਨ ਜਾਈ। ਰੇ ਹੈ ਭਾਈ, ਕਾਹੇ ਕਾਹਦੇ ਵਾਸਤੇ ਬਨ ਨੂੰ, ਜੰਗਲ ਨੂੰ ਖੋਜਣ ਵਾਸਤੇ ਜਾਣਾ ਹੈ। ਮਹਾਰਾਜ ਜੰਗਲਾਂ ਦੇ ਵਿੱਚ ਇਕਾਂਤ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਭਾਈ ਇਕਾਂਤ ਜਿਹੜੀ ਹੈ ਨਾ, ਉਹ ਇਕਾਂਤ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਆਖਿਆ ਕਿ ਬਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜਿਹੜਾ ਮਨ ਵਿਕਾਰਾਂ ਤੋਂ ਉਦਾਸ ਹੋ ਜਾਂਦਾ ਨਾ, ਵਿਸ਼ਿਆਂ ਤੋਂ, ਰਸਾਂ ਤੋਂ ਉਦਾਸ ਹੋ ਜਾਂਦਾ ਹੈ, ਇਹ ਜਾਣੋ ਕਿ ਘਰ ਵਿੱਚ ਰਹਿੰਦਿਆਂ ਹੀ ਫਿਰ ਇਕਾਂਤ ਚਿੱਤ ਹੋ ਜਾਈਦਾ ਹੈ। ਸਾਰਾ ਲਾਗੇ ਸੰਸਾਰ ਦੀ ਬਹੁਬਲਤਾ ਹੈ, ਪਦਾਰਥਾਂ ਦੀ ਬਹੁਬਲਤਾ ਹੈ, ਤੇ ਪਰ ਫਿਰ ਵੀ ਮਨ ਜਿਹੜਾ ਹੈ ਨਾ ਉਹ ਉਦਾਸ ਹੋ ਜਾਂਦਾ। ਮਹਾਰਾਜ ਕਹਿੰਦੇ ਨੇ ਇਹ ਜਿੰਨੇ ਸਾਰੇ ਆਪਣੇ ਸਦਨ ਘਰ ਹਨ ਨਾ, ਇਹ ਗੁਰਸਿੱਖੀ ਦਾ ਨਿਯਮ ਮਹਾਰਾਜ ਦੱਸਿਆ, ਬਨ ਸੇ ਸਦਨ ਸਭੈ ਕਰ ਸਮਝੋ। ਇਹਨਾਂ ਨੂੰ ਜੰਗਲ ਕਰਕੇ ਹੀ ਸਮਝੋ। ਕਿਵੇਂ ਮਹਾਰਾਜ? ਮਹਾਰਾਜ ਕਹਿੰਦੇ ਮਨ ਹੀ ਮਾਹੇ ਉਦਾਸਾ। ਮਨ ਦੇ ਅੰਦਰ ਉਦਾਸ ਬਿਰਤੀ ਧਾਰਨ ਕਰੋ। ਜੇਕਰ ਕਿ ਮਨ ਉਪਰਾਮ ਨਾ ਹੋਇਆ, ਮਨ ਵਿਸ਼ਿਆਂ ਤੋਂ ਉਪਰਾਮ ਨਾ ਹੋਇਆ, ਰਸਾਂ ਤੋਂ ਉਪਰਾਮ ਨਾ ਹੋਇਆ, ਜੰਗਲਾਂ ਵਿੱਚ ਵੀ ਚਲੇ ਗਏ ਤੇ ਫਿਰ ਕੀ ਹੋਊਗਾ? ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਬਨਾਂ ਦੇ ਅੰਦਰ ਜਾ ਕਰਕੇ ਵੀ ਮਨ ਦੇ ਵਿਕਾਰ ਨਹੀਂ ਛੁਟਕਦੇ। ਮਨ ਦੇ ਅੰਦਰੋਂ ਵਿਸ਼ਿਆਂ ਦੀ, ਰਸਾਂ ਦੀ ਚੇਸ਼ਟਾ ਨਹੀਂ ਮੁੱਕਦੀ ਹੈ। ਜਿਹੜਾ ਹੈ ਬਨਾਂ ਦੇ ਅੰਦਰ ਵਿਚਰਨੇ ਕਰਕੇ ਜਾਂ ਬਨਾਂ ਦੇ ਅੰਦਰ ਵਾਸ ਕਰਨੇ ਕਰਕੇ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨਹੀਂ ਟਿਕਦੀ। ਫਰੀਦ ਜੀ ਦੇ ਸ਼ਬਦ ਕਹੇ ਹੋਏ ਨੇ, ਫਰੀਦਾ ਜੰਗਲ ਜੰਗਲ ਕਿਆ ਪਵਹਿ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਢੇ। ਵੀ ਜੰਗਲਾਂ ਦੇ ਵਿੱਚ ਤੂੰ ਕੀ ਢੂੰਡਦਾ ਹੈ? ਵਾਹਿਗੁਰੂ ਤਾਂ ਹਿਰਦੇ ਦੇ ਅੰਦਰ ਵਸਦਾ ਏ। ਮਹਾਰਾਜ ਕਹਿੰਦੇ ਨੇ ਕਾਹੇ ਰੇ ਬਨ ਖੋਜਨ ਜਾਈ। ਹੇ ਭਾਈ, ਬਨ ਜੰਗਲ ਦੇ ਅੰਦਰ ਪਰਮੇਸ਼ਰ ਨੂੰ ਕਾਹਦੇ ਲਈ ਖੋਜਣ ਵਾਸਤੇ ਜਾਣਾ ਹੈ? ਕਿਉਂਕਿ ਜੰਗਲਾਂ ਦੇ ਅੰਦਰ ਉਸ ਦਾ ਵਾਸ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਜੇ ਇਕਾਂਤ, ਹਾਂ ਇਹ ਜ਼ਰੂਰ ਹੈ ਕਿ ਭਜਨ ਕਰਨ ਦੇ ਜਿਹੜੇ ਮੁੱਢਲੇ ਨਿਯਮ ਹੈ, ਇਕਾਂਤ ਹੋਣੀ ਚਾਹੀਦੀ ਹੈ। ਤੇ ਇਕਾਂਤ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਕਰਨਾ ਚਾਹੀਦਾ ਹੈ। ਪਰ ਜੇਕਰ ਕਿ ਮਨ ਹੀ ਅਸ਼ਾਂਤ ਹੋਵੇ, ਮਨ ਦੇ ਅੰਦਰ ਹੀ ਵਿਕਾਰਾਂ ਦਾ ਐਡਾ ਪ੍ਰਭਾਵ ਹੋਵੇ, ਫਿਰ ਚਾਹੇ ਬਾਹਰੋਂ ਇਕਾਂਤ ਵਿੱਚ ਬੈਠਾ ਰਵੇ, ਅੰਦਰ ਸੰਕਲਪ ਨਹੀਂ ਹਟਦੇ। ਅੰਦਰ ਜਿਹੜੇ ਆ ਫੁਰਨਿਆਂ ਦੀ ਪੀੜਾ ਜਿਹੜੀ ਉਹ ਤੰਗ ਕਰਦੀ ਰਹਿੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਵਿਸ਼ਿਆਂ ਤੋਂ ਉਪਰਾਮ ਹੋ ਜਾਣਾ, ਮਨ ਦੇ ਅੰਦਰ ਉਦਾਸ ਬਿਰਤੀ ਧਾਰਨ ਕਰਨੀ, ਹਰ ਸਿਮਰਨ ਬਹੁ ਮਾਹੇ ਅਕੇਲਾ। ਜਿਹੜਾ ਹਰੀ ਦਾ ਸਿਮਰਨ ਕਰਨ ਵਾਲਾ ਨਾ, ਉਹ ਬਹੁਤਿਆਂ ਵਿੱਚ ਹੀ ਇਕਾਂਤ ਹੁੰਦਾ ਹੈ। ਉਹ ਹਰ ਥਾਂ ਤੇ ਆਪਣੇ ਆਪ ਨੂੰ ਇਕੱਲਾ ਹੀ ਸਮਝਦਾ, ਕਿਉਂਕਿ ਉਹਨੂੰ ਪਤਾ ਹੈ ਕਿ ਸੰਸਾਰ ਵਿੱਚ ਕੋਈ ਸਾਥੀ ਨਹੀਂ। ਇਸ ਕਰਕੇ ਉਹਦੇ ਲਈ ਇਹ ਸਾਰਾ ਸੰਸਾਰ ਹੀ ਜਿਹੜਾ ਨਾ ਬੀਆਬਾਨ ਜੰਗਲ ਹੀ ਹੈ। ਤੇ ਜਿਹੜਾ ਸੰਸਾਰ ਨੂੰ ਬੜਾ ਰਸਦਾਇਕ ਸਮਝਦਾ ਹੈ, ਉਹ ਫਿਰ ਇਸ ਤੇ
ਵਿਸ਼ਿਆਂ ਵਿੱਚ ਲੱਗਾ ਹੋਇਆ, ਚਾਹੇ ਜੰਗਲਾਂ 'ਚ ਚਲੇ ਜਾਏ, ਚਾਹੇ ਸੰਨਿਆਸ ਬਿਰਤੀ ਧਾਰਨ ਕਰ ਲਏ, ਵਾਹਿਗੁਰੂ ਦੇ ਨਾਮ ਵਿੱਚ ਉਹਦੀ ਸੁਰਤੀ ਨਹੀਂ ਜੁੜਦੀ। ਇਉਂ ਹੱਠ ਕਰਕੇ ਜੇ ਘਰ ਛੱਡ ਦੇਵੇ, ਬਾਣਾ ਬਾਹਰੋਂ ਧਾਰਨ ਕਰ ਲਵੇ, ਫਿਰ ਉਹ ਜਿਹੜਾ ਹੈ ਕਿਹਾ ਕਿ ਸਾਪ ਕੁੰਜ ਛਾੜੈ ਪਰ ਬਿਖ ਨਹੀਂ ਛਾੜੈ। ਸੱਪ ਆਪਣੀ ਕੁੰਜ ਤਾਂ ਲਾ ਦਿੰਦਾ ਪਰ ਜ਼ਹਿਰ ਨਹੀਂ ਅੰਦਰੋਂ ਛੱਡਦਾ। ਇਉਂ ਬਾਹਰੋਂ ਭੇਖ ਤਾਂ ਬੈਰਾਗੀਆਂ ਦਾ, ਸੰਨਿਆਸੀਆਂ ਦਾ ਬਣਾ ਲਿਆ ਤੇ ਜੰਗਲਾਂ ਦੇ ਵਿੱਚ ਚਲੇ ਗਏ। ਜਾ ਕਰਕੇ ਜੰਗਲਾਂ ਵਿੱਚ ਪਰਮੇਸ਼ਰ ਨੂੰ ਖੋਜਣ ਲੱਗ ਪਏ। ਇਉਂ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦੀ ਖੋਜ ਕਿਵੇਂ ਕਰ ਸਕਦੇ ਹੋ, ਕਿਉਂਕਿ ਮਨ ਦੇ ਅਜਹੁ ਵਿਕਾਰ ਨ ਛੋੜਈ, ਪਾਪੀ ਮਨ ਮੰਦਾ। ਵਿਕਾਰ ਤਾਂ ਮਨ ਨੇ ਛੱਡੇ ਨਹੀਂ, ਇਹੋ ਜਿਹਾ ਮੰਦਾ ਸੁਭਾਅ ਏ, ਤੇ ਇਸ ਕਰਕੇ ਕਾਹੇ ਰੇ ਬਨ ਖੋਜਣ ਜਾਈ। ਬਨ ਦੇ ਅੰਦਰ, ਜੰਗਲ ਦੇ ਅੰਦਰ ਪਰਮੇਸ਼ਰ ਨੂੰ ਕਾਹਦੇ ਵਾਸਤੇ ਮਹਾਰਾਜ ਕਹਿੰਦੇ ਭਾਈ ਖੋਜਣ ਵਾਸਤੇ ਜਾਣਾ ਹੈ। ਸਰਬ ਨਿਵਾਸੀ ਸਦਾ ਅਲੇਪਾ। ਸਰਬ ਨਿਵਾਸੀ ਸਦਾ ਅਲੇਪਾ, ਉਹ ਸਾਰਿਆਂ ਵਿੱਚ ਨਿਵਾਸ ਰੱਖਣ ਵਾਲਾ ਹੈ। ਮਹਾਰਾਜ ਕਹਿੰਦੇ ਭਾਈ ਊਹਾਂ ਤੋਂ ਜਾਈਏ ਜੋ ਈਹਾਂ ਨਾ ਹੋਏ। ਉੱਥੇ ਜੰਗਲ ਵਿੱਚ ਤਾਂ ਜਾਈਏ ਜੇ ਇੱਥੇ ਨਾ ਪਰਮੇਸ਼ਰ ਹੋਵੇ ਤਾਂ। ਉਹ ਤਾਂ ਸਰਬ ਨਿਵਾਸੀ ਹੈ, ਸਾਰਿਆਂ ਥਾਵਾਂ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਾਸ ਕਰਨ ਵਾਲਾ ਹੈ ਪਰਮੇਸ਼ਰ। ਹਰ ਥਾਂ ਤੇ ਬਿਰਾਜਮਾਨ ਹੈ ਤੇ ਸਦਾ ਅਲੇਪਾ, ਸਦਾ ਨਿਰਲੇਪ ਹੈ। ਮਹਾਰਾਜ ਕਹਿੰਦੇ ਇਸ ਸਾਰੇ ਪਸਾਰੇ ਤੋਂ, ਇਸ ਸਾਰੇ ਪਸਾਰੇ ਦੇ ਵਿੱਚ ਵੀ ਹੈ। ਬਾਰੀ ਬੰਦ ਕਰ ਦਿਓ। ਤੇ ਸਾਰੇ ਪਸਾਰੇ ਤੋਂ ਮਹਾਰਾਜ ਕਹਿੰਦੇ ਭਾਈ ਨਿਰਲੇਪ ਵੀ ਹੈ, ਸਾਰਿਆਂ ਥਾਵਾਂ ਤੇ ਉਹ ਵਸਿਆ ਹੋਇਆ ਹੈ। ਤੋਹੀ ਸੰਗ ਸਮਾਈ। ਤੋਹੀ ਸੰਗ ਸਮਾਈ। ਮਹਾਰਾਜ ਕਹਿੰਦੇ ਭਾਈ ਹੈ ਜੀਵ, ਉਹ ਤੇਰੇ ਨਾਲ ਸਮਾਇਆ ਹੋਇਆ ਹੈ, ਤੇਰੇ ਵਿੱਚ ਅਭੇਦ ਹੈ, ਤੇਰੇ ਵਿੱਚ ਹਰ ਸਮੇਂ ਮਹਾਰਾਜ ਕਹਿੰਦੇ ਉਹਦੀ ਸੱਤਾ ਵਸ ਰਹੀ ਹੈ। ਤੋਹੀ ਸੰਗ ਸਮਾਈ, ਉਹ ਤੇਰੇ ਨਾਲ ਹਰ ਸਮੇਂ ਮਿਲਿਆ ਹੋਇਆ, ਵਸਿਆ ਹੋਇਆ, ਸਮਾਇਆ ਹੋਇਆ ਏ। ਰਹਾਉ। ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਪਹੁਪ ਮਦ ਜਿਉ ਬਾਸ ਬਸਤ ਹੈ। ਸੱਚੇ ਪਾਤਸ਼ਾਹ ਮਹਾਰਾਜ ਵਾਹਿਗੁਰੂ ਜੀ ਕਿਵੇਂ ਸਾਡੇ ਅੰਦਰ ਵਸੇ ਹੋਏ ਆ। ਮਹਾਰਾਜ ਕਹਿੰਦੇ ਪਹੁਪ ਮਦ ਜਿਉ ਬਾਸ ਬਸਤ ਹੈ। ਪਹੁਪ ਕਹਿੰਦੇ ਆ ਫੁੱਲ ਨੂੰ, ਫੁੱਲ ਦੇ ਮੱਧ ਵਿੱਚ ਮਹਾਰਾਜ ਕਹਿੰਦੇ ਜਿਵੇਂ ਸੁਗੰਧੀ ਵਸਦੀ ਹੈ। ਫੁੱਲ ਦੇ ਅੰਦਰ ਸੁਗੰਧੀ ਹੁੰਦੀ ਹੈ ਪਰ ਉਹਨੂੰ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਮਾਣ ਦੇ ਕਰਕੇ ਕਹਿੰਦੇ ਆ ਕਿ ਜਿਹੜਾ ਤੋਹੀ ਸੰਗ ਸਮਾਈ, ਜਿਹੜਾ ਵਾਹਿਗੁਰੂ ਤੇਰੇ ਨਾਲ ਸਮਾ ਰਿਹਾ ਨਾ ਹਰ ਵੇਲੇ ਪਰਮੇਸ਼ਰ, ਉਹ ਕਿਵੇਂ ਸਮਾ ਰਿਹਾ? ਪਹੁਪ ਮੱਧ ਜਿਉਂ ਬਾਸ ਬਸਤ ਹੈ। ਜਿਵੇਂ ਫੁੱਲ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਸੁਗੰਧੀ ਵਸਦੀ ਹੈ। ਮੁਕਰ ਮਾਹੇ ਜੈਸੇ ਛਾਈ। ਮੁਕਰ ਕਹਿੰਦੇ ਆ ਸ਼ੀਸ਼ੇ ਨੂੰ। ਸ਼ੀਸ਼ੇ ਦੇ ਅੰਦਰ ਮਹਾਰਾਜ ਕਹਿੰਦੇ ਜਿਵੇਂ ਪਰਛਾਈ ਪੈ ਰਹੀ ਹੈ ਨਾ, ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਤੇਰੇ ਅੰਦਰ ਵਸ ਰਹੇ ਹੈ। ਪਹੁਪ ਮੱਧ ਜਿਉਂ ਬਾਸ ਬਸਤ ਹੈ। ਹੁਣ ਇਹ ਜਿਹੜੀ ਫੁੱਲ ਦੇ ਅੰਦਰ ਸੁਗੰਧੀ ਵਸਦੀ ਹੈ, ਜਿਹਦੇ ਕੋਲ ਨਾਸਕਾਂ ਵਿੱਚ ਖੁਸ਼ਬੂ ਲੈਣ ਦੀ ਸ਼ਕਤੀ ਨਹੀਂ, ਉਹਨੂੰ ਇਹ ਖੁਸ਼ਬੂ ਨਹੀਂ ਆਉਂਦੀ। ਪਰ ਇਹਦਾ ਅਰਥ ਇਹ ਤਾਂ ਨਹੀਂ ਕਿ ਖੁਸ਼ਬੂ ਹੁੰਦੀ ਨਹੀਂ। ਖੁਸ਼ਬੂ ਤਾਂ ਫੁੱਲ ਦੇ ਅੰਦਰ ਮੌਜੂਦ ਹੈ, ਪਰ ਉਹਦੇ ਨਾਸਕਾਂ ਵਿੱਚ ਸ਼ਕਤੀ ਹੈ ਨਹੀਂ ਫੁੱਲ ਦੀ ਖੁਸ਼ਬੂ ਲੈਣ ਦੀ। ਜਿਨ੍ਹਾਂ ਦੀਆਂ ਨਾਸਕਾਂ ਵਿੱਚ ਫੁੱਲ ਦੀ ਖੁਸ਼ਬੂ ਲੈਣ ਦੀ ਸ਼ਕਤੀ ਹੈ ਉਹਨਾਂ ਨੂੰ ਆਉਂਦੀ ਹੈ, ਤੇ ਉਹ ਉਸ ਦੀ ਮਸਤੀ ਦਾ ਆਨੰਦ ਮਾਣਦੇ ਆ ਖੁਸ਼ਬੂ ਨੂੰ ਲੈ ਕਰਕੇ। ਇਉਂ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਪ੍ਰੇਮਾ ਭਗਤੀ ਦੀ ਉਹ ਸ਼ਕਤੀ ਨਹੀਂ ਹੈ ਨਾ, ਵਾਹਿਗੁਰੂ ਜੀ ਦੇ ਹੋਂਦ ਦੀ ਖੁਸ਼ਬੂ ਨੂੰ ਮਾਣਨ ਦੀ, ਅੰਦਰ ਪ੍ਰੇਮਾ ਭਗਤੀ ਦੀ ਜਿਹੜੀ ਦਾਤ ਹੈ ਨਾ, ਇਹਦੇ ਨਾਲ ਵਾਹਿਗੁਰੂ ਜੀ ਭਾਸਦੇ ਹੈ ਪ੍ਰੇਮ ਦੇ ਨਾਲ। ਤੇ ਜਦੋਂ ਪ੍ਰੇਮ ਰੂਪੀ ਨਾਸਕਾ ਹੀ ਹੈ ਨਹੀਂ, ਤੇ ਫਿਰ ਵਾਹਿਗੁਰੂ ਜੀ ਦਾ ਸਪਰਸ਼ ਰੂਪੀ ਜਿਹੜੀ ਸੁਗੰਧੀ ਹੈ ਉਹ ਕਿਵੇਂ ਆ ਸਕਦੀ ਹੈ? ਫਿਰ ਨਹੀਂ ਆਉਂਦੀ ਨਾ, ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਪ੍ਰੇਮ ਦੇ ਨਾਲ ਹੀ ਵਾਹਿਗੁਰੂ ਜੀ ਭਾਸਦੇ ਆ, ਨਹੀਂ ਤਾਂ ਨਹੀਂ ਪ੍ਰਾਪਤ ਹੁੰਦੇ। ਕਿਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਫੁੱਲ ਦੇ ਅੰਦਰ ਖੁਸ਼ਬੂ ਹੈ ਪਰ ਅੱਖਾਂ ਨਾਲ ਦਿਖਾਈ ਨਹੀਂ ਦਿੰਦੀ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜਿਨ੍ਹਾਂ ਦੇ ਅੰਦਰ ਭਾਈ ਕੌਲ ਖਿਲਾਉਂਦਾ ਨਾ, ਹਿਰਦਾ ਰੂਪੀ ਕੌਲ,
ਤੇ ਉਹਦੇ ਵਿੱਚ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦੀ ਜਿਹੜੀ ਹੈ ਨਾ ਸੱਤਾ ਰੂਪੀ ਖੁਸ਼ਬੂ, ਉਹਦੀ ਚੇਤਨ ਸੱਤਾ ਰੂਪੀ ਖੁਸ਼ਬੂ ਉਹ ਅੰਦਰ ਵਸ ਰਹੀ ਹੈ। ਪਰ ਜਿਨ੍ਹਾਂ ਕੋਲ ਪ੍ਰੇਮ ਰੂਪੀ ਨਾਸਕਾ ਹੈ ਉਹਨਾਂ ਨੂੰ ਇਹ ਖੁਸ਼ਬੂ ਆਉਂਦੀ ਹੈ ਤੇ ਮਨ ਫਿਰ ਮਸਤੀ ਪਕੜ ਜਾਂਦਾ ਹੈ। ਉਹ ਇਸ ਖੁਸ਼ਬੂ ਦਾ ਆਨੰਦ ਮਾਣਦੇ ਹੈ, ਵਾਹਿਗੁਰੂ ਦਾ ਸਪਰਸ਼ ਪਾ ਕੇ ਨਿਹਾਲ ਹੁੰਦੇ ਹੈ। ਜਿਨ੍ਹਾਂ ਕੋਲ ਪ੍ਰੇਮ ਹੈ ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਨੂੰ ਨਹੀਂ ਪਤਾ ਲੱਗਦਾ, ਉਹ ਨਹੀਂ ਵਾਹਿਗੁਰੂ ਦਾ ਸਪਰਸ਼ ਮਾਣ ਪਾਉਂਦੇ, ਉਹਨਾਂ ਨੂੰ ਇਹ ਖੁਸ਼ਬੂ ਜਿਹੜੀ ਆ ਉਹ ਨਹੀਂ ਪ੍ਰਾਪਤ ਹੁੰਦੀ। ਤੇ ਮੁਕਰ ਮਾਹੇ ਜੈਸੇ ਸ਼ਾਈ, ਜਿਵੇਂ ਇੱਕ ਸ਼ੀਸ਼ਾ ਮੋਟਾ ਹੁੰਦਾ ਹੈ ਤੇ ਉਹਦੇ ਵਿੱਚ ਦੀ ਜਿਹੜਾ ਪ੍ਰਤੀਬਿੰਬ ਜਿਹੜਾ ਉਹ ਦਿਖਾਈ ਨਹੀਂ ਪੈਂਦਾ ਹੈ। ਮੋਟੇ ਸ਼ੀਸ਼ੇ ਦੀ ਨਿਆਈ ਕੀ ਹੈ? ਮਨ ਗਾਫਲ ਹੈ ਤੇ ਆਪਣਾ ਜਿਹੜਾ ਹੈ ਉਹ ਅਸਲ ਸਰੂਪ ਦਿਖਾਈ ਨਹੀਂ ਦਿੰਦਾ। ਅੰਤःਕਰਨ ਦੇ ਅੰਦਰ ਜਿਹੜਾ ਅੰਤःਕਰਨ ਰੂਪੀ ਸ਼ੀਸ਼ਾ ਹੈ ਨਾ, ਇੱਕ ਫਿਰ ਸਾਫ਼ ਸ਼ੀਸ਼ਾ ਹੁੰਦਾ ਹੈ ਜਿਸ ਦੇ ਵਿੱਚ ਦੀ ਪ੍ਰਤੀਬਿੰਬ ਦਿਖਾਈ ਦਿੰਦਾ ਹੈ। ਇਹ ਜਗਿਆਸੂ ਹੁੰਦੇ ਆ ਜਿਨ੍ਹਾਂ ਦੇ ਮਨ ਦੇ ਅੰਦਰ ਵਾਹਿਗੁਰੂ ਜੀ ਦਾ ਸਪਰਸ਼ ਪ੍ਰਾਪਤ ਹੁੰਦਾ ਹੈ। ਇੱਕ ਸ਼ੀਸ਼ਾ ਇਹੋ ਜਿਹਾ ਹੁੰਦਾ ਜਿਹੜਾ ਤਸਵੀਰ ਹੀ ਖਿੱਚ ਦਿੰਦਾ ਹੈ। ਇੱਕ ਫਿਰ ਇਹੋ ਜਿਹੇ ਮਹਾਤਮਾ ਹੁੰਦੇ ਆ ਜਿਹੜੇ ਫਿਰ ਉਸ ਸਰੂਪ ਦਾ ਜਿਹੜਾ ਹੈ ਉਹ ਤਸਵੀਰ ਹੀ ਖਿੱਚ ਲੈਂਦੇ ਆ, ਹਰ ਸਮੇਂ ਵਾਹਿਗੁਰੂ ਨੂੰ ਸਾਖਿਆਤ ਕਰ ਲੈਂਦੇ ਆ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਿਵੇਂ ਸ਼ੀਸ਼ੇ ਦੇ ਵਿੱਚ ਪਰਛਾਈ ਦਿਖਾਈ ਦਿੰਦੀ ਹੈ ਨਾ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵਾਹਿਗੁਰੂ ਜੀ ਦਾ ਸਰੂਪ ਜਿਹੜਾ ਨਾ ਪ੍ਰਤੱਖ ਉਹਨਾਂ ਨੂੰ, ਜਿਨ੍ਹਾਂ ਦੇ ਮਨ ਐਨ ਮੈਲ ਤੋਂ ਰਹਿਤ ਹਨ, ਸੁੱਧ ਚਿੱਤ ਹਨ, ਉਹਨਾਂ ਨੂੰ ਇਉਂ ਵਾਹਿਗੁਰੂ ਜੀ ਦਾ ਸਰੂਪ ਹਰ ਵੇਲੇ ਦਿਖਾਈ ਦਿੰਦਾ ਜਿਵੇਂ ਸ਼ੀਸ਼ੇ ਵਿੱਚ ਪਰਛਾਈ ਦਿਖਾਈ ਦਿੰਦੀ ਹੈ। ਇਉਂ ਵਾਹਿਗੁਰੂ ਜੀ ਮਹਾਰਾਜ ਕਹਿੰਦੇ ਭਾਈ ਹਰ ਵੇਲੇ ਅੰਦਰ ਵਸ ਰਹੇ ਹੈ। ਤੇ ਫਿਰ ਕਾਹੇ ਰੇ ਬਨ ਖੋਜਣ ਜਾਈ, ਬਨ ਜੰਗਲ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਕਿਉਂ ਖੋਜਣ ਵਾਸਤੇ ਜਾਈਏ? ਕਿਉਂਕਿ ਜਦੋਂ ਲੱਭਣਾ ਤਾਂ ਅੰਦਰੋਂ ਹੈ। ਹਾਂ ਇਹ ਜ਼ਰੂਰ ਹੈ ਕਿ ਇਕਾਂਤ ਹੋ ਕਰਕੇ ਵਾਹਿਗੁਰੂ ਦੇ ਭਜਨ ਨੂੰ ਕਰਨਾ ਇਹ ਰੱਬ ਦੇ ਪਿਆਰਿਆਂ ਦਾ ਸੁਭਾਅ ਹੁੰਦਾ ਹੈ। ਤੇ ਉਹ ਇਕਾਂਤ ਬਹੁਤਿਆਂ ਵਿੱਚ ਆਪਣੇ ਆਪ ਨੂੰ ਇਕੱਲਾ ਜਾਣ ਲੈਂਦੇ ਹੈ, ਸਭ ਦੇ ਅੰਦਰ ਪਰਮੇਸ਼ਰ ਦਾ ਸਰੂਪ ਵੇਖਦੇ ਹੈ। ਇਸ ਕਰਕੇ ਉਹ ਸਾਰਿਆਂ ਵਿੱਚ ਹੁੰਦੇ ਹੋਏ ਵੀ ਇਕੱਲੇ ਹੀ ਹੁੰਦੇ। ਤਾਂ ਮਹਾਰਾਜ ਇਸ ਕਰਕੇ ਕਹਿੰਦੇ ਆ ਭਾਈ ਕਾਹੇ ਰੇ ਬਨ ਖੋਜਣ ਜਾਈ। ਮਹਾਰਾਜ ਜੀ ਦਾ ਇਹ ਅਕਾਲੀ ਧਰਮ ਹੈ। ਸੱਚੇ ਪਾਤਸ਼ਾਹ ਜੀ ਨੇ ਜਿਹੜਾ ਗ੍ਰਸਥ ਧਰਮ ਦੀ ਧਾਰਨ ਦੀ ਆਗਿਆ ਕੀਤੀ ਹੈ ਤੇ ਦਸਾਂ ਨੌਹਾਂ ਦੀ ਕਿਰਤ ਕਰਨ ਦੀ ਮਹਾਰਾਜ ਸਾਹਿਬ ਜੀ ਨੇ ਆਗਿਆ ਕੀਤੀ ਹੈ। ਅੰਮ੍ਰਿਤ ਵੇਲੇ ਉੱਠ ਕੇ ਸ਼ਬਦ ਵਿੱਚ ਸੁਰਤ ਜੋੜਨ ਦੀ ਆਗਿਆ ਕੀਤੀ ਹੈ। ਨਾਲੇ ਸਾਰੇ ਹੀ ਆਸ਼ਰਮਾਂ ਨੂੰ ਜਿਹੜਾ ਧਾਰਨ ਕੀਤਾ ਹੋਇਆ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਚੌਂ ਵਰਨਾਂ ਨੂੰ ਇਕੱਠਿਆਂ ਕਰ ਦਿੱਤਾ। ਨਹੀਂ ਤਾਂ ਕੋਈ ਬਾਨ ਪ੍ਰਸਤੀ ਬਣਿਆ ਫਿਰਦਾ ਸੀ, ਕੋਈ ਸੰਨਿਆਸੀ ਸੀ, ਕੋਈ ਬੈਰਾਗੀ ਸੀ। ਇਸ ਤਰ੍ਹਾਂ ਕੋਈ ਕਹਿੰਦਾ ਅਸੀਂ ਬ੍ਰਾਹਮਣ ਹਾਂ, ਬ੍ਰਹਮ ਵਿਦਿਆ ਦੇ ਪੜ੍ਹਨ ਪੜ੍ਹਾਉਣ ਵਾਲੇ ਹਾਂ। ਕੋਈ ਕਹਿੰਦਾ ਕਿ ਅਸੀਂ ਛਤਰੀ ਹਾਂ, ਸਾਡਾ ਕੰਮ ਕੇਵਲ ਜਿਹੜਾ ਉਹ ਲੜਨਾ ਹੀ ਹੈ। ਕੋਈ ਕਹਿੰਦਾ ਵੈਸ਼ ਹਾਂ, ਅਸੀਂ ਤਾਂ ਉਪਜੀਵਕਾ ਕਿਰਤੀ ਕਰਨੀ ਹੈ। ਕੋਈ ਕਹਿੰਦਾ ਸ਼ੂਦਰ ਹਾਂ, ਅਸੀਂ ਤਾਂ ਦੂਜਿਆਂ ਦੀ ਸੇਵਾ ਕਰਕੇ ਪੇਟ ਪਾਲਣਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਸਾਰੇ ਹੀ ਜਿਹੜੇ ਸੀ ਨਾ ਆਸ਼ਰਮ, ਮਹਾਰਾਜ ਆਪ ਦੇ ਖਾਲਸੇ ਵਿੱਚ ਮਹਾਰਾਜ ਚਾਰ ਵਰਨ ਇਕੱਠੇ ਹੀ ਕਰ ਦਿੱਤੇ। ਚਾਰ ਵਰਨ ਇੱਕ ਵਰਨ ਕਰਾਊਂ, ਵਾਹਿਗੁਰੂ ਸਿੰਘ ਕੋ ਨਾਮ ਜਪਾਊਂ। ਇਹ ਆਗਿਆ ਮਹਾਰਾਜ ਜੀ ਨੇ ਕੀਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਹੜਾ ਇਕਾਂਤ ਹੋਣਾ ਅੰਦਰ ਦੀ ਵਿਧੀ ਦੱਸੀ ਸੱਚੇ ਪਾਤਸ਼ਾਹ ਨੇ। ਤੇ ਪ੍ਰਤੱਖ ਵੀ ਬਾਹਰੋਂ ਅੰਮ੍ਰਿਤ ਵੇਲੇ ਇਕਾਂਤ ਹੁੰਦੀ ਹੈ, ਉਦੋਂ ਉੱਠ ਕੇ ਵਾਹਿਗੁਰੂ ਦਾ ਭਜਨ ਕਰਨਾ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਭਾਈ ਜੰਗਲ ਵਿੱਚ ਕਾਹਦੇ ਲਈ ਲੱਭਣ ਵਾਸਤੇ ਜਾਣਾ, ਖੋਜਣ ਵਾਸਤੇ ਜਾਣਾ ਹੈ? ਕਿਉਂਕਿ ਉਹ ਸਾਰਿਆਂ ਵਿੱਚ ਨਿਵਾਸ ਕਰਦਾ ਹੈ ਤੇ ਸਦਾ ਹੀ ਮਹਾਰਾਜ ਕਹਿੰਦੇ ਸਭ ਦੇ ਅੰਦਰ ਰਹਿੰਦਾ ਹੋਇਆ ਸਭ ਤੋਂ ਨਿਰਲੇਪ ਹੈ। ਤੇ ਇਹ ਜੀਵ ਤੇਰੇ ਨਾਲ ਸਮਾ ਰਿਹਾ ਹੈ। ਮਹਾਰਾਜ ਪਤਾ ਨਹੀਂ ਲੱਗਦਾ ਕਿਵੇਂ ਸਮਾ ਰਿਹਾ ਵਾਹਿਗੁਰੂ ਸਾਡੇ ਅੰਦਰ। ਸਤਿਗੁਰੂ ਜੀ ਕਹਿੰਦੇ ਪੋਹਪ ਮਦ ਜਿਉਂ ਬਾਸ ਬਸਤ ਹੈ। ਜਿਵੇਂ ਸ਼ੀਸ਼ੇ ਦੇ ਵਾਹਿਗੁਰੂ ਫੁੱਲ ਦੇ ਅੰਦਰ ਸੁਗੰਧੀ ਵਸਦੀ ਹੈ, ਇਵੇਂ ਮਹਾਰਾਜ ਕਹਿੰਦੇ ਤੇਰੇ ਹਿਰਦੇ ਰੂਪੀ ਫੁੱਲ ਦੇ ਅੰਦਰ ਵਾਹਿਗੁਰੂ ਜੀ ਦੀ ਮਹਾਰਾਜ ਕਹਿੰਦੇ ਭਾਈ ਹੋਂਦ ਰੂਪੀ ਸੁਗੰਧੀ ਹੈ। ਪਰਮੇਸ਼ਰ ਸਾਖਿਆਤ ਹੈ, ਪਰ ਤੇਰੇ ਕੋਲ ਪ੍ਰੇਮ ਨਹੀਂ ਹੈ।
ਜਿਸ ਕਰਕੇ ਤੈਨੂੰ ਪਰਮੇਸ਼ਰ ਦੀ ਸੁਗੰਧੀ ਨਹੀਂ ਆ ਰਹੀ, ਉਹਦੀ ਹੋਂਦ ਨਹੀਂ ਭਾਸ ਰਹੀ। ਜਿਵੇਂ ਸ਼ੀਸ਼ੇ ਵਿੱਚ ਪ੍ਰਤੱਖ ਆਪਣਾ ਰੂਪ ਦਿਸਦਾ ਨਾ, ਇਵੇਂ ਆਪਣੇ ਅੰਤःਕਰਨ ਨੂੰ ਸਾਫ਼ ਕਰ ਲੈ। ਉਹ ਤਸਵੀਰ ਖਿੱਚਣ ਵਾਲਾ ਸ਼ੀਸ਼ਾ ਬਣਾ ਲੈ, ਆਪਣਾ ਅੰਤःਕਰਨ ਇਤਨਾ ਅਸ਼ੁੱਧ ਕਰ ਲੈ ਕਿ ਤੈਨੂੰ ਫਿਰ ਪਰਮੇਸ਼ਰ ਦਾ ਹੀ ਸਰੂਪ ਦਿਸ ਪਵੇਗਾ ਉਹਦੇ ਅੰਦਰ, ਜਿਵੇਂ ਸ਼ੀਸ਼ੇ ਵਿੱਚ ਪਰਛਾਈ ਦਿਸਦੀ ਹੈ। ਤੈਸੇ ਹੀ ਹਰ ਬਸੇ ਨਿਰੰਤਰ। ਮਹਾਰਾਜ ਕਹਿੰਦੇ ਤਿਸ ਤਰ੍ਹਾਂ ਹੀ ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਤੇ ਪਰਛਾਈ ਸ਼ੀਸ਼ੇ ਦੇ ਅੰਦਰ ਵਸਦੀ ਹੈ, ਤੈਸੇ ਹੀ ਹਰ ਬਸੇ ਨਿਰੰਤਰ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਭਾਈ ਇੱਕ ਰਸ ਵਾਹਿਗੁਰੂ ਜੀ ਤੇਰੇ ਅੰਦਰ ਵਸ ਰਹੇ ਹਨ। ਘਟ ਹੀ ਖੋਜੋ ਭਾਈ। ਹੇ ਭਾਈ, ਹੇ ਗੁਰਸਿੱਖੋ, ਆਪਣੇ ਘਟ ਹਿਰਦੇ ਦੇ ਅੰਦਰ ਮਹਾਰਾਜ ਕਹਿੰਦੇ ਨੇ ਦਿਲ ਮੈਂ ਖੋਜ, ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਦਿਲ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਖੋਜਣਾ ਕਰ। ਇਉਂ ਗਰੀਬ ਨਵਾਜ ਕਹਿੰਦੇ ਨੇ ਘਟ ਹੀ ਖੋਜੋ ਭਾਈ, ਆਪਣੇ ਘਟ ਹਿਰਦੇ ਦੇ ਅੰਦਰ ਹੈ ਗੁਰਸਿੱਖੋ ਖੋਜਣਾ ਕਰੋ, ਲੱਭਣਾ ਕਰੋ ਵਾਹਿਗੁਰੂ ਨੂੰ। ਬਾਹਰੋਂ ਜੰਗਲਾਂ 'ਚ ਨਹੀਂ ਖੋਜਣਾ ਚਾਹੀਦਾ, ਬਾਹਰ ਨਹੀਂ। ਮਹਾਰਾਜ ਕਹਿੰਦੇ ਭਾਈ ਆਪਣੇ ਅੰਦਰ ਦਾ ਇਹ ਸਫ਼ਰ ਹੈ ਤੇ ਬਿਰਤੀ ਅੰਤਰਮੁਖੀ ਕਰਨੀ ਚਾਹੀਦੀ ਹੈ। ਸ਼ਬਦ ਦਾ ਅਭਿਆਸ ਕਰਕੇ ਆਪਣੇ ਅੰਦਰ ਨੂੰ ਖੋਜਣਾ ਕਰੋ, ਆਪਣੇ ਆਪੇ ਬਾਰੇ ਜਾਣੋ ਕਿ ਮੈਂ ਕੀ ਹਾਂ। ਬਾਹਰ ਭੀਤਰ ਏਕੋ ਜਾਨੋ। ਬਾਹਰ ਵੀ ਰਮਿਆ ਹੋਇਆ ਤੇ ਭੀਤਰ ਅੰਦਰ ਵੀ ਰਮਿਆ ਹੋਇਆ। ਮਹਾਰਾਜ ਕਹਿੰਦੇ ਇੱਕੋ ਇੱਕ ਪਰਮੇਸ਼ਰ ਹੈ, ਉਹ ਜਾਣਨਾ ਕਰੋ। ਵਾਹਿਗੁਰੂ ਅੰਦਰ ਵੀ ਹੈ ਤੇ ਬਾਹਰ ਵੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਰਸ ਰਮਦਾ ਹੈ। ਇਹੋ ਗੁਰ ਗਿਆਨ ਬਤਾਈ। ਇਹ ਜਿਹੜਾ ਗਿਆਨ ਹੈ ਨਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਤਾਇਆ ਹੈ। ਸੱਚੇ ਪਾਤਸ਼ਾਹ ਕਹਿੰਦੇ ਇਹ ਗੋਜ ਗੱਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੱਸੀ ਹੈ। ਗਿਆਨ ਦੀ ਜਿਹੜੀ ਬਾਤ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖੀ ਹੈ। ਜਨ ਨਾਨਕ ਬਿਨ ਆਪਾ ਚੀਨੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਫਰਮਾਉਂਦੇ ਹੈ ਕਿ ਜਿੰਨਾ ਚਿਰ ਆਪਣੇ ਆਪੇ ਨੂੰ ਨਹੀਂ ਚੀਨਿਆ ਭਾਵ ਨਹੀਂ ਜਾਣਿਆ, ਆਪਣੇ ਆਪੇ ਬਾਰੇ ਪਹਿਚਾਨ ਨਹੀਂ ਕੀਤੀ, ਮਿਟੈ ਨਾ ਭ੍ਰਮ ਕੀ ਕਾਈ। ਅੰਦਰ ਜਿਹੜੀ ਭਰਮ ਦੀ ਕਾਈ ਮੈਲ ਹੈ ਨਾ, ਮਹਾਰਾਜ ਕਹਿੰਦੇ ਫਿਰ ਨਹੀਂ ਮਿਟਦੀ। ਜਿੰਨਾ ਚਿਰ ਬਿਰਤੀ ਬਾਹਰ ਮੁਖੀ ਹੋਈ ਰਹਿੰਦੀ ਹੈ ਨਾ, ਉਹਨਾਂ ਚਿਰ ਆਪਣੇ ਆਪੇ ਬਾਰੇ ਧਿਆਨ ਨਹੀਂ ਜਾਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਆਪੇ ਨੂੰ ਚੀਨਣਾ ਚਾਹੀਦਾ, ਭਾਵ ਜਾਣਨਾ ਚਾਹੀਦਾ। ਆਪਣਾ ਆਪਾ ਕੀ ਹੈ? ਸੁੱਧ ਸਰੂਪ ਹੈ ਆਪਣਾ ਆਪਾ। ਵਾਹਿਗੁਰੂ ਜੀ ਦਾ ਜਿਹੜਾ ਸੁੱਧ ਸਰੂਪ ਅੰਦਰ ਸਾਡੇ ਵਸ ਰਿਹਾ ਨਾ, ਉਸ ਆਪਣੇ ਅਸਲ ਚੇਤਨ ਸਰੂਪ ਨੂੰ ਪਹਿਚਾਨਣਾ, ਜਿਹੜਾ ਸਾਖੀ ਚੇਤਨ ਹੈ। ਤੇ ਜਿੰਨਾ ਚਿਰ ਉਹ ਸਾਖੀ ਚੇਤਨ ਨੂੰ ਨਹੀਂ ਪਹਿਚਾਨਦਾ, ਆਪਣੇ ਅਸਲ ਰੂਪ ਨੂੰ ਨਹੀਂ ਪਹਿਚਾਨਦਾ, ਮਹਾਰਾਜ ਕਹਿੰਦੇ ਮਿਟੈ ਨਾ ਭ੍ਰਮ ਕੀ ਕਾਈ। ਉਹਨਾਂ ਚਿਰ ਭਰਮ ਦੀ ਕਾਈ ਜਿਹੜੀ ਹੈ ਨਾ, ਮੈਲ, ਉਹ ਨਹੀਂ ਮਿਟਦੀ, ਨਹੀਂ ਨਾਸ਼ ਹੁੰਦੀ। ਕਾਈ ਜਿਹੜੀ ਹੈ ਨਾ, ਉਹ ਜਿਵੇਂ ਛੱਪੜਾਂ ਦੇ ਪਾਣੀ ਹੁੰਦੇ ਆ ਪਿੰਡਾਂ ਦੇ ਅੰਦਰ, ਉਹਦੇ ਅੰਦਰ ਜਿਹੜੀ ਹਰਿਆਵਲਤਾ ਛਾ ਜਾਂਦੀ ਉਹਨੂੰ ਵੀ ਕਾਈ ਕਹਿੰਦੇ ਆ। ਤੇ ਉਹ ਛਾਈ ਹੋਈ ਕਾਈ ਦੇ ਨਾਲ ਜਿਹੜੀ ਉੱਤੇ ਛਾ ਜਾਂਦੀ ਹੈ, ਫੈਲ ਜਾਂਦੀ ਹੈ, ਢੱਕ ਲੈਂਦੀ ਹੈ ਪਾਣੀ ਦੇ ਤਾਈਂ। ਤੇ ਫਿਰ ਇਉਂ ਮਹਿਸੂਸ ਕਰਦਾ ਜੀਵ ਵੇਖਣ ਵਾਲਾ ਕਿ ਸ਼ਾਇਦ ਇੱਥੇ ਪਾਣੀ ਨਹੀਂ, ਕਿਉਂਕਿ ਉੱਤੇ ਕਾਈ ਕਾਈ ਦਿਖਾਈ ਦਿੰਦੀ ਹੈ, ਹਰਿਆਵਲਤਾ ਹੀ ਦਿਖਾਈ ਦਿੰਦੀ ਹੈ। ਪਰ ਜਿਹਨੂੰ ਭਰੋਸਾ ਹੁੰਦਾ ਤੇ ਉਹ ਆਪਣੇ ਦੋਵਾਂ ਹੱਥਾਂ ਨਾਲ ਉਸ ਕਾਈ ਨੂੰ ਪਰਾਂ ਕਰਕੇ ਥੱਲੋਂ ਪਾਣੀ ਕੱਢ ਲੈਂਦਾ, ਪਾਣੀ ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਕਹਿੰਦੇ ਹੈ ਪਾਣੀ ਦੀ ਨਿਆਈ ਹੈ ਬ੍ਰਹਮ ਵਾਹਿਗੁਰੂ। ਗਰੀਬ ਨਵਾਜ ਕਹਿੰਦੇ ਉੱਤੇ ਭਾਈ ਇਹ ਭਰਮ ਦੀ ਜਿਹੜੀ ਹੈ ਨਾ ਕਾਈ, ਭਾਵ ਮਾਇਆ ਰੂਪੀ ਕਾਈ, ਇਹਨੇ ਬ੍ਰਹਮ ਸਰੂਪ ਨੂੰ ਢੱਕ ਲਿਆ ਹੈ। ਤੇ ਜੀਵ ਕਹਿੰਦੇ ਆ ਸੰਸਾਰ ਹੀ ਹੈ, ਮਾਇਆ ਹੀ ਹੈ। ਜਿਸ ਸੰਸਾਰ ਦੇ ਬਾਹਰੋਂ ਦਿਖਾਵੇ ਨੇ, ਮਾਇਆ ਦੇ ਪ੍ਰਭਾਵ ਨੇ, ਵਾਹਿਗੁਰੂ ਦੇ ਸਰੂਪ ਨੂੰ ਅਛਾਦਿਆ ਹੋਇਆ, ਢੱਕਿਆ ਹੋਇਆ। ਇਹ ਅਗਿਆਨਤਾ ਦੀ, ਇਹ ਮਾਇਆ ਦੀ, ਇਹ ਭਰਮ ਦੀ ਕਾਈ ਪਈ ਹੋਈ ਹੈ ਉੱਤੇ। ਤੇ ਜਿਹੜੇ ਫਿਰ ਆਪਣੇ ਸਾਧਨਾ ਰੂਪੀ ਹੱਥਾਂ ਨਾਲ ਇਸ ਕਾਈ ਨੂੰ ਪਰਾਂ ਕਰਦੇ ਆ, ਸਾਧਨ ਕਰਦੇ ਅੰਮ੍ਰਿਤ ਵੇਲੇ ਉੱਠਣ ਦਾ, ਨਾਮ ਦੇ ਜਪਣ ਦਾ, ਸੇਵਾ ਦੇ ਕਰਨ ਦਾ, ਇਉਂ ਜਿਹੜੇ ਸਾਧਨ ਕਰਦੇ ਆ ਉਹ ਆਪਣੇ ਸਾਧਨਾ ਰੂਪੀ ਹੱਥਾਂ ਨਾਲ ਇਹ ਕਾਈ ਨੂੰ ਜਦੋਂ ਪਰਾਂ ਕਰਦੇ ਆ ਤੇ ਬ੍ਰਹਮ ਰੂਪੀ ਜਲ ਪ੍ਰਗਟ ਹੋ ਆਉਂਦਾ ਹੈ। ਇਉਂ ਸਤਿਗੁਰੂ ਜੀ ਕਹਿੰਦੇ ਨੇ ਜਨ ਨਾਨਕ ਬਿਨ ਆਪਾ ਚੀਨੈ।
ਬਿਨਾਂ ਆਪਣੇ ਆਪੇ ਦੀ ਪਹਿਚਾਨ ਕੀਤੇ ਤੋਂ ਬਿਨਾਂ, ਆਪਣੇ ਸਾਖੀ ਚੇਤਨ ਨੂੰ ਜਾਣੇ ਤੋਂ ਬਿਨਾਂ ਮਿਟੈ ਨਾ ਭਰਮ ਕੀ ਕਾਈ। ਭਰਮ ਦੀ ਕਾਈ ਜਿਹੜੀ ਆ ਨਾ, ਸਤਿਗੁਰੂ ਜੀ ਕਹਿੰਦੇ ਭਾਈ ਇਹ ਮੈਲ ਲੱਥਦੀ ਨਹੀਂ ਹੈ। ਆਪਣੇ ਅਸਲ ਸਰੂਪ ਨੂੰ, ਆਪਣੇ ਸਾਖੀ ਚੇਤਨ ਨੂੰ ਮਹਾਰਾਜ ਕਹਿੰਦੇ ਭਾਈ ਪਹਿਚਾਨਣਾ ਚਾਹੀਦਾ। ਇਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਉਪਦੇਸ਼ ਬਖਸ਼ਿਆ। ਗਰੀਬ ਨਵਾਜ ਜੀ ਰਹਿਮਤ ਕਰਨ। ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਬਾਹਰ ਭੀਤਰ ਏਕੋ ਜਾਨੋ, ਇਹੋ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ 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 ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਾਉ ਨਿਦ ਆਵੈ ਧਾਏ, ਘਰ ਨਾਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਾਉ ਨਿਦ ਆਵੈ ਧਾਏ, ਘਰ ਨਾਉ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।